ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੀਰਥ ਨਾਵਾ ਜੇ ਤਿਸ ਪਾਵਾ, ਬਿਨ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਬਿਨ ਕਰਮਾ ਕੈ ਮਿਲੈ ਲਈ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਬਿਨ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਏ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਹਿਬਾਂ ਦਾ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵੈ ਹੈ। ਭਾਗਹੀਨ ਭ੍ਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਓ। ਇੱਕ ਸੰਗਤ ਹੁੰਦੀ ਹੈ। ਸੰਗਤ ਦਾ ਅਰਥ ਹੈ ਉਹ ਸੋਬਤ, ਉਹ ਇੱਕ ਇਕੱਤਰਤਾ, ਜਿੱਥੇ ਇੱਕੋ ਜਿਹੇ ਖਿਆਲਾਂ ਦੇ, ਇੱਕੋ ਜਿਹੀ ਅਵਸਥਾ ਵਾਲੇ, ਇੱਕੋ ਜਿਹੀ ਦ੍ਰਿਸ਼ਟੀ ਵਾਲੇ 2 4 10 20 ਸੱਜਣ ਬੈਠ ਜਾਣ, ਉਸ ਨੂੰ ਸੰਗਤ ਆਖਿਆ ਜਾਂਦਾ ਹੈ। ਸੰਗਤ 2 ਕਿਸਮ ਦੀ ਹੈ। ਇੱਕ ਚੰਗੀ ਸੰਗਤ ਵੀ ਹੈ ਤੇ ਦੂਸਰੀ ਮਾੜੀ ਸੰਗਤ ਵੀ ਹੈ। ਜਿਹੜੀ ਚੰਗੀ ਸੰਗਤ ਹੈ ਉਹਦੇ ਬਾਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖਿਆ ਹੈ, ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਸਾਧੂਆਂ ਦੀ ਸੰਗਤ, ਸਾਧ ਕੌਣ ਹੈ? ਗੁਰਮੁਖ ਸਾਧ ਅਸਾਧ, ਸਾਧ ਸਦਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਸਾਧੂ ਉਹ ਹੈ ਜਿਸਨੇ ਆਪਣੇ ਮਨ ਨੂੰ ਸਾਧ ਲਿਆ। ਦੂਸਰੇ ਨੰਬਰ 'ਤੇ ਇੱਕ ਹੋਰ ਵਿਦਵਾਨ ਨੇ ਲਿਖਿਆ ਹੈ, ਸਾਧ ਵਹੀ ਜਗ ਜਾਨੀਐ, ਜਾ ਕੇ ਨਹੀਂ ਉਪਾਦ ਮਨ। ਸਾਧੂ ਉਹ ਹੈ ਜਿਸ ਦੇ ਮਨ ਦੇ ਵਿੱਚ ਕੋਈ ਉਪਾਧੀ, ਕੋਈ ਐਬ, ਕੋਈ ਪਾਪ, ਕੋਈ ਬੁਰਾ ਖਿਆਲ ਨਹੀਂ ਹੈ, ਉਹਨੂੰ ਸਾਧੂ ਆਖਿਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਸਾਧ ਨਾਮ ਨਿਰਮਲਤਾ ਕੀ ਕਰਮ। ਸਾਧੂ ਦੀ ਨਿਸ਼ਾਨੀ ਇਹ ਹੁੰਦੀ ਹੈ, ਉਹਦੇ ਜਿਹੜੇ ਕਰਮ ਨੇ, ਉਹਦਾ ਆਚਾਰ ਹੈ, ਉਹ ਬਹੁਤ ਪਵਿੱਤਰ ਹੁੰਦਾ ਹੈ। ਇਸੇ ਲਈ
ਕਿਸੇ ਮਹਾਂਪੁਰਖ ਨੇ ਇਹ ਵੀ ਲਿਖਿਆ ਹੈ, ਸਾਧੂ ਕੌਣ ਹੈ? ਸਵੈ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ। ਜਿਸਨੇ ਆਪਣੇ ਜੀਵਨ ਦੇ ਮਨੋਰਥ ਨੂੰ ਸਿੱਧ ਕਰ ਲਿਆ ਹੈ, ਕੇਵਲ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ, ਉਹਨੂੰ ਸਾਧੂ ਆਖਿਆ ਜਾਂਦਾ ਹੈ। ਐਸੇ ਮਹਾਂਪੁਰਖਾਂ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਮਹਾਂਪੁਰਖ ਬੜੇ ਸੁੰਦਰ ਉਦਾਹਰਣ ਦਿੰਦੇ ਸਨ। ਮਨੁੱਖ ਦੀ ਜ਼ਿੰਦਗੀ ਵੇਲ ਦੀ ਤਰ੍ਹਾਂ ਹੈ। ਵੇਲ ਕਈ ਤਰ੍ਹਾਂ ਦੀ ਹੁੰਦੀ ਹੈ, ਪਰ ਉਸ ਵੇਲ ਦਾ ਇੱਕ ਸੁਭਾਅ ਹੈ। ਜੇ ਉਸ ਨੂੰ ਬਿਰਛ ਦੀ ਸੰਗਤ ਮਿਲ ਜਾਵੇ, ਕਿਸੇ ਦੀਵਾਰ ਦੀ ਸੰਗਤ ਮਿਲ ਜਾਵੇ, ਉਹ ਉੱਪਰ ਚੜ੍ਹ ਜਾਂਦੀ ਹੈ। ਜੇ ਉਸ ਨੂੰ ਧਰਤੀ ਦੀ ਸੰਗਤ ਮਿਲ ਜਾਵੇ, ਧਰਤੀ ਉੱਤੇ ਫੈਲ ਜਾਂਦੀ ਹੈ। ਜੇ ਉਸ ਨੂੰ ਨੀਵੇਂ ਥਾਂ ਦੀ, ਕਿਸੇ ਖੱਡੇ ਦੀ, ਟੋਏ ਦੀ, ਖੂਹ ਦੀ ਸੰਗਤ ਮਿਲ ਜਾਵੇ, ਉਹ ਉਹਦੇ ਵਿੱਚ ਵੀ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਹੈ। ਜੇ ਇਸ ਨੂੰ ਚੰਗੀ ਸੰਗਤ ਮਿਲ ਜਾਵੇ, ਇਹ ਵੀ ਉੱਚਾ ਹੋ ਜਾਂਦਾ ਹੈ, ਜੀਵਨ ਨੂੰ ਸਵਾਰ ਲੈਂਦਾ ਹੈ। ਅਤੇ ਜੇ ਇਸ ਨੂੰ ਸਮਾਨ ਪੱਧਰ ਦੀ ਸੰਗਤ ਮਿਲ ਜਾਵੇ, ਪ੍ਰਵਿਰਤੀ ਵਿੱਚ ਪੈ ਜਾਂਦਾ ਹੈ, ਧਰਤੀ ਉੱਤੇ ਫੈਲਣਾ ਸ਼ੁਰੂ ਕਰ ਦਿੰਦਾ ਹੈ। ਅਤੇ ਜੇ ਕੋਈ ਮਾੜੀ ਸੰਗਤ ਕਿਸੇ ਸ਼ਰਾਬੀ, ਕਬਾਬੀ, ਹੰਕਾਰੀ, ਵਿਕਾਰੀ ਮਨੁੱਖ ਦੀ ਸੰਗਤ ਮਿਲ ਜਾਵੇ, ਫਿਰ ਉਹ ਹੇਠਾਂ ਵੀ ਡਿੱਗ ਪੈਂਦਾ ਹੈ। ਇਸੇ ਲਈ ਭਗਤ ਕਬੀਰ ਜੀ ਨੇ ਇਹ ਪ੍ਰੇਰਣਾ ਕੀਤੀ ਹੈ, ਕਬੀਰ ਸੰਗਤ ਕਰੀਐ ਸਾਧ ਕੀ, ਦਿਨ ਦਿਨ ਦੂਨਾ ਹੇਤ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਬਈ ਤੁਸਾਂ ਜੇ ਸੰਗਤ ਕਰਨੀ ਹੈ, ਚੰਗੇ ਮਹਾਂਪੁਰਸ਼ਾਂ ਦੀ ਸੰਗਤ ਕਰੋ। ਉਹਦਾ ਬਹੁਤ ਵੱਡਾ ਲਾਭ ਵੀ ਸਤਿਗੁਰੂ ਨੇ ਦਰਸਾਇਆ ਹੈ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ। ਭਗਤ ਕਬੀਰ ਜੀ ਦੇ ਪਾਸ ਕੁਝ ਲੋਕਾਂ ਨੇ ਇੱਕ ਸਵਾਲ ਕੀਤਾ। ਕਹਿਣ ਲੱਗੇ, ਭਗਤ ਜੀ ਤੁਸੀਂ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਕਿਉਂ ਨਹੀਂ ਜਾਂਦੇ? ਤੁਹਾਨੂੰ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਜਾਣਾ ਚਾਹੀਦਾ ਹੈ। ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਅਸੀਂ ਜਿਹੜੇ ਜੜ ਤੀਰਥ ਨੇ ਉਹਨਾਂ 'ਤੇ ਬਹੁਤਾ ਵਿਸ਼ਵਾਸ ਨਹੀਂ ਰੱਖਦੇ। ਹਾਂ, ਜਿਹੜੇ ਜੰਗਮ ਤੀਰਥ ਹਨ, ਚੱਲਦੇ ਫਿਰਦੇ ਤੀਰਥ ਨੇ, ਅਸੀਂ ਹਮੇਸ਼ਾ ਉਹਨਾਂ 'ਤੇ ਵਿਸ਼ਵਾਸ ਰੱਖਦੇ ਹਾਂ। ਫਿਰ ਉਹਨਾਂ ਨੂੰ ਪੁੱਛਿਆ ਗਿਆ, ਜੰਗਮ ਤੀਰਥ ਕਿਹੜੇ ਹਨ? ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਉਹ ਹੈ ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇੰਨਾ ਨਿਰਮਲ ਕਰ ਲਿਆ ਹੈ, ਜਿਵੇਂ ਗੰਗਾ ਦਾ ਨੀਰ ਹੁੰਦਾ ਹੈ, ਗੰਗਾ ਦਾ ਜਲ ਹੁੰਦਾ ਹੈ। ਕਿਉਂਕਿ ਹਿੰਦੂ ਧਰਮ ਦੇ ਵਿੱਚ ਗੰਗਾ ਦੇ ਪਾਣੀ ਨੂੰ ਬਹੁਤ ਪਵਿੱਤਰ ਮੰਨਿਆ ਗਿਆ। ਪਰ ਭਗਤ ਕਬੀਰ ਜੀ ਨੇ ਆਖਿਆ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਭਗਤ ਕਬੀਰ ਜੀ ਕਹਿਣ ਲੱਗੇ, ਹੁਣ ਸਾਨੂੰ ਕਿਸੇ ਹੋਰ ਤੀਰਥ 'ਤੇ ਜਾਣ ਦੀ ਲੋੜ ਹੀ ਨਹੀਂ, ਕਿਉਂਕਿ ਸਾਨੂੰ ਜੰਗਮ ਤੀਰਥਾਂ ਦੀ ਸੰਗਤ ਪ੍ਰਾਪਤ ਹੋ ਗਈ ਹੈ। ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਗਈ ਹੈ। ਜੈਸੀ ਸੰਗਤ ਤੈਸੀ ਰੰਗਤ ਦੇ ਵਾਕ ਅਨੁਸਾਰ ਹੁਣ ਸਾਡਾ ਵੀ ਮਨ ਇੰਨਾ ਨਿਰਮਲ ਹੋ ਗਿਆ ਹੈ, ਜਿਵੇਂ ਗੰਗਾ ਦਾ ਪਾਣੀ ਹੁੰਦਾ ਹੈ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਕਿਉਂਕਿ ਨਾਮ ਦੇ ਵਿੱਚ ਸ਼ਕਤੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਸਾਡੇ ਮਨ ਦੀ ਮੈਲ ਨੂੰ ਧੋ ਦਿੰਦਾ ਹੈ।
ਇਸੇ ਲਈ ਤਾਂ ਸਤਿਗੁਰੂ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਫਰਮਾਇਆ ਹੈ, ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਗੁਰਸਿੱਖ ਮਾਈ ਪਾਈ ਮਨ ਵਿੱਚ ਪ੍ਰੀਤੀ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹਦਾ ਤਨ ਵੀ ਪਵਿੱਤਰ ਹੋ ਜਾਂਦਾ ਹੈ, ਮਨ ਵੀ ਪਵਿੱਤਰ ਹੋ ਜਾਂਦਾ ਹੈ, ਉਹਦੀ ਆਤਮਾ ਵੀ ਪਵਿੱਤਰ ਹੋ ਜਾਂਦੀ ਹੈ। ਇਸ ਲਈ ਮਹਾਂਪੁਰਖ ਜੰਗਮ ਤੀਰਥ ਹੁੰਦੇ ਨੇ ਔਰ ਉਹਨਾਂ ਤੋਂ ਨਾਮ ਦੀ ਮਹਿਮਾ ਦਾ ਪਤਾ ਲੱਗਦਾ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਲੋਕੀ ਤੀਰਥਾਂ ਤੇ ਨਹਾਉਣ ਵਾਸਤੇ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਅਸਲੀ ਤੀਰਥ ਤੇ ਵਾਹਿਗੁਰੂ ਦਾ ਨਾਮ ਹੈ। ਇਸ ਲਈ ਸਾਨੂੰ ਉਸ ਨਾਮ ਦੇ ਤੀਰਥ ਵਿੱਚ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਨਾਮ ਦੇ ਤੀਰਥ ਵਿੱਚ ਇਸ਼ਨਾਨ ਕਿਵੇਂ ਕੀਤਾ ਜਾਂਦਾ ਹੈ? ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਸੰਗਤ ਵਿੱਚ ਬੈਠ ਕੇ ਗੁਰ ਉਪਦੇਸ਼ ਨੂੰ, ਨਾਮ ਬਾਣੀ ਨੂੰ ਸਰਵਣ ਕਰਨਾ ਤੇ ਫਿਰ ਉਸ ਨੂੰ ਮੰਨਣਾ, ਉਹਦੀ ਕਮਾਈ ਕਰਨੀ। ਤੀਸਰੇ ਨੰਬਰ ਤੇ ਉਹਦੇ ਭਾਵ ਨੂੰ ਆਪਣੇ ਮਨ ਵਿੱਚ ਵਸਾਉਣਾ ਔਰ ਇਹ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰਨਾ ਹੈ। ਤੇ ਜਿਹੜਾ ਇਸ ਢੰਗ ਦੇ ਨਾਲ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰ ਲਵੇ, ਉਹਦਾ ਆਪਣਾ ਜੀਵਨ ਵੀ ਇੱਕ ਤੀਰਥ ਵਰਗਾ ਹੀ ਬਣ ਜਾਂਦਾ ਹੈ। ਭਗਤ ਕਬੀਰ ਜੀ ਦੇ ਪਾਸ ਕੁਝ ਲੋਕਾਂ ਨੇ ਸਵਾਲ ਕੀਤਾ, ਕਹਿਣ ਲੱਗੇ, ਭਗਤ ਜੀ ਤੁਸੀਂ ਇਹ ਦੱਸੋ, ਤੁਸੀਂ ਤੀਰਥਾਂ ਨੂੰ ਵੱਡਾ ਗਿਣਦੇ ਹੋ ਜਾਂ ਨਾਮ ਜਪਣ ਵਾਲੇ ਮਹਾਂਪੁਰਖਾਂ ਨੂੰ ਤੁਸੀਂ ਵੱਡਾ ਸਮਝਦੇ ਹੋ? ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਬਹੁਤ ਅਫਸੋਸ ਨਾਲ, ਬੜੇ ਸ਼ੋਕ ਦੇ ਨਾਲ ਇਹ ਗੱਲ ਆਖੀ ਸੀ, ਕਹੋ ਕਬੀਰ ਹੋਂ ਪਿਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਭਈ ਮੈਂ ਤੇ ਇਸ ਗੱਲ ਤੇ ਹੈਰਾਨ ਹਾਂ, ਤੁਹਾਨੂੰ ਲੋਕਾਂ ਨੂੰ ਹਾਲੇ ਤੱਕ ਇਸ ਗੱਲ ਦਾ ਹੀ ਪਤਾ ਨਹੀਂ ਲੱਗਿਆ ਬਈ ਤੀਰਥ ਵੱਡਾ ਹੈ ਕਿ ਵਾਹਿਗੁਰੂ ਦਾ ਦਾਸ ਵੱਡਾ ਹੈ। ਤੀਰਥ ਬਣਦੇ ਕਿਵੇਂ ਨੇ, ਜਦੋਂ ਆਪਾਂ ਇਸ ਦੇ ਬਾਰੇ ਵਿਚਾਰ ਕਰਾਂਗੇ ਤਾਂ ਸਤਿਗੁਰੂ ਦੀ ਬਾਣੀ ਇਸ ਗੱਲ ਦਾ ਇਹ ਫੈਸਲਾ ਦਿੰਦੀ ਹੈ, 68 ਤੀਰਥ ਜਹ ਸਾਧ ਪਗ ਧਰੈ, ਤਹ ਬੈਕੁੰਠ ਜਹ ਨਾਮ ਉਚਰੈ। ਜਿੱਥੇ ਨਾਮ ਜਪਣ ਵਾਲਾ ਮਹਾਂਪੁਰਖ ਆਪਣੇ ਪਵਿੱਤਰ ਚਰਨ ਰੱਖ ਦਿੰਦਾ ਹੈ, ਉਹ ਭਾਈ ਤੀਰਥ ਬਣ ਜਾਂਦਾ ਹੈ। ਹੁਣ ਤੁਸੀਂ ਇਸ ਗੱਲ ਦੀ ਵਿਚਾਰ ਕਰੋ, ਇੱਕ ਮਹਾਂਪੁਰਖ ਦੇ ਚਰਨ ਪੈਣ ਦੇ ਨਾਲ ਕੋਈ ਅਸਥਾਨ ਤੀਰਥ ਬਣ ਜਾਂਦਾ ਹੈ, ਤੇ ਫਿਰ ਤੀਰਥ ਵੱਡਾ ਹੋਇਆ ਕਿ ਵਾਹਿਗੁਰੂ ਦਾ ਦਾਸ ਵੱਡਾ ਹੋਇਆ? ਇੱਥੋਂ ਇਹ ਗੱਲ ਸਪਸ਼ਟ ਹੋ ਗਈ ਵੀ ਤੀਰਥ ਵੱਡਾ ਨਹੀਂ, ਹਰੀ ਦਾ ਦਾਸ ਵੱਡਾ ਹੈ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੈ, ਸਭ ਤੋਂ ਵੱਡਾ ਤੀਰਥ ਤੇ ਨਾਮ ਹੈ। ਜਿਹਦੇ ਕੋਲ ਨਾਮ ਹੈ ਔਰ ਉਹ ਸਭ ਤੋਂ ਵੱਡਾ ਤੀਰਥ ਹੈ। ਇਸੇ ਲਈ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਇੱਕ ਖਿਆਲ ਪੇਸ਼ ਕੀਤਾ ਹੈ। ਜਿਹੜੇ ਭਾਰਤ ਵਰਸ਼ ਦੇ ਵੱਡੇ ਵੱਡੇ ਤੀਰਥ ਮੰਨੇ ਗਏ ਨੇ, ਉਹ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ। ਉਹ ਕਿਉਂ? ਉਹਦਾ ਕਾਰਨ ਲਿਖਿਆ, ਗੰਗਾ ਜਮਨਾ ਗੋਦਾਵਰੀ ਸੁਰਸਤੀ, ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੰਗਾ ਜਮਨਾ ਗੋਦਾਵਰੀ ਤੇ ਸੁਰਸਤੀ, ਇਹ 4 ਵੱਡੇ ਤੀਰਥ ਨੇ, ਪਰ ਹਜ਼ੂਰ ਕਹਿੰਦੇ ਨੇ ਇਹ ਵੀ ਨਾਮ ਜਪਣ ਵਾਲੇ, ਨਾਮ ਦੇ ਰੰਗ ਵਿੱਚ ਰੰਗੇ ਹੋਏ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਇਹਦਾ ਕਾਰਨ ਸਤਿਗੁਰੂ ਨੇ ਇਹ ਦੱਸਿਆ ਹੈ, ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ।
ਪਾਪਾਂ ਦੀ ਮੈਲ ਨਾਲ ਭਰੇ ਹੋਏ ਜੀਵ ਜਾ ਕੇ ਤੀਰਥਾਂ ਤੇ ਨਹਾਉਂਦੇ ਨੇ ਤੇ ਤੀਰਥਾਂ ਤੇ ਨਹਾ ਕੇ ਮਨ ਦੇ ਸੰਕਲਪ ਦੇ ਨਾਲ ਉੱਥੇ ਉਹ ਪਾਪ ਛੱਡ ਦਿੰਦੇ ਨੇ। ਕਿਉਂਕਿ ਆਮ ਲੋਕਾਂ ਦਾ ਇਹ ਇੱਕ ਖਿਆਲ ਹੈ, ਕਈ ਲੋਕਾਂ ਦਾ ਇਹ ਇੱਕ ਵਿਸ਼ਵਾਸ ਵੀ ਬਣਿਆ ਹੋਇਆ ਹੈ ਬਈ ਤੀਰਥਾਂ ਤੇ ਨਹਾਉਣ ਦੇ ਨਾਲ ਪਾਪ ਦੂਰ ਹੁੰਦੇ ਨੇ, ਇਸੇ ਲਈ ਲੋਕ ਤੀਰਥਾਂ ਤੇ ਜਾਂਦੇ ਨੇ। ਪਰ ਬਈ ਸਤਿਗੁਰੂ ਦੀ ਬਾਣੀ ਇਹਦੇ ਨਾਲ ਸਹਿਮਤ ਨਹੀਂ। ਸਤਿਗੁਰੂ ਇਹ ਕਹਿੰਦੇ ਨੇ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ। ਕਲਯੁਗੀ ਜੀਵਾਂ ਦਾ ਸਮਾਚਾਰ ਸਤਿਗੁਰੂ ਨੇ ਬਿਆਨ ਕੀਤਾ ਹੈ। ਜਿਹੜੇ ਕਲਯੁਗੀ ਜੀਵ ਹਨ ਉਹ 5 ਵਿਕਾਰਾਂ ਦੇ ਵਸੀਕਾਰ ਹੋ ਕੇ ਪਾਪ ਕਰਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਕੋਈ ਬੁਰੀ ਗੱਲ ਨਹੀਂ। ਕਿਉਂਕਿ ਜੇ ਪਾਣੀ ਕਿਸੇ ਦਰਿਆ ਦਾ, ਕਿਸੇ ਨਹਿਰ ਦਾ ਪਾਣੀ ਆਪਣੀ ਮਰਜ਼ਾਦਾ ਵਿੱਚ ਚੱਲਦਾ ਹੈ, ਕੋਈ ਉਸ ਦਾ ਨੁਕਸਾਨ ਨਹੀਂ ਬਲਕਿ ਉਸ ਦੇ ਫਾਇਦੇ ਹੁੰਦੇ ਨੇ। ਪਰ ਉਹੀ ਪਾਣੀ ਜਦੋਂ ਆਪਣੀ ਮਰਜ਼ਾਦਾ ਨੂੰ ਛੱਡ ਦਿੰਦਾ ਹੈ, ਕਿਨਾਰਿਆਂ ਤੋਂ ਬਾਹਰ ਨੂੰ ਉਛਲਦਾ ਹੈ, ਤੇ ਫਿਰ ਉਹ ਨੁਕਸਾਨ ਕਰਨ ਦਾ ਕਾਰਨ ਬਣ ਜਾਂਦਾ ਹੈ। ਅੱਗ ਚੁੱਲ੍ਹੇ ਵਿੱਚ ਬਲੇ ਕੋਈ ਨੁਕਸਾਨ ਨਹੀਂ, ਪਰ ਜਦੋਂ ਅੱਗ ਚੁੱਲ੍ਹੇ ਤੋਂ ਬਾਹਰ ਆਉਂਦੀ ਹੈ ਤੇ ਫਿਰ ਘਰਾਂ ਦੇ ਘਰ ਸੜ ਕੇ ਸੁਆਹ ਹੋ ਜਾਂਦੇ ਨੇ। ਇਸੇ ਲਈ ਇਹ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਸੰਬੰਧ ਸਾਡੀ ਮੂਲਕ ਪ੍ਰਕਿਰਤੀ ਨਾਲ ਹੈ ਔਰ ਇਹਨਾਂ ਦੇ ਨਾਲ ਸਾਰਾ ਸੰਸਾਰ ਦਾ ਸਿਲਸਿਲਾ ਵੀ ਚੱਲਦਾ ਹੈ। ਪਰ ਇਹਨਾਂ ਦੀ ਠੀਕ ਵਰਤੋਂ ਕੀਤੀ ਜਾਵੇ ਫਿਰ ਤੇ ਇਹ ਸਾਡੇ ਲਈ ਸਹਾਇਕ ਨੇ। ਜੇ ਇਹਨਾਂ ਦੀ ਗਲਤ ਵਰਤੋਂ ਹੋਣ ਲੱਗ ਪਵੇ ਤੇ ਫਿਰ ਇਹ ਸਾਡੇ ਲਈ ਹਾਨੀਕਾਰਕ ਵੀ ਹਨ। ਠੀਕ ਵਰਤੋਂ ਇਹਨਾਂ ਦੀ ਕਿਵੇਂ ਹੋ ਸਕਦੀ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹਰ ਗੱਲ ਤੋਂ ਬੜੇ ਅੱਛੇ ਤਰੀਕੇ ਦੇ ਨਾਲ ਸਮਝਾਇਆ ਹੈ। ਜਿਹੜਾ ਕਾਮ ਹੈ, ਸੈਕਸ ਹੈ, ਇਹਦੇ ਬਾਰੇ ਸਤਿਗੁਰੂ ਦਾ ਇਹ ਫਰਮਾਨ ਹੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਮਨੁੱਖ ਨੂੰ ਇੱਕ ਆਪਣੀ ਧਰਮ ਪਤਨੀ ਦੇ ਨਾਲ ਹੀ ਪ੍ਰੇਮ ਕਰਨਾ ਚਾਹੀਦਾ ਹੈ। ਕਲਗੀਧਰ ਪਾਤਸ਼ਾਹ ਦੇ ਬਹੁਤ ਪਿਆਰੇ ਬਚਨ ਨੇ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, पूत है प्राण तोहे प्राण जब लग कट थारे, निज नारी के साथ निहो तुम नित बढ़इयो हो पर नारी की सेज, पूल सुपने हो ना जइयो। पानी मर्यादा ਵਿੱਚ ਚੱਲੇ ਤੇ ਕੋਈ ਨੁਕਸਾਨ ਨਹੀਂ, ਅੱਗ ਚੁੱਲ੍ਹੇ ਵਿੱਚ ਬਲੇ ਤਾਂ ਕੋਈ ਨੁਕਸਾਨ ਨਹੀਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਏਕਾ ਨਾਰੀ ਜਤੀ ਹੋਣਾ ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ। ਪਰ ਜਦੋਂ ਆਦਮੀ ਆਪਣੀ ਮਰਜ਼ਾਦਾ ਛੱਡ ਜਾਂਦਾ ਹੈ ਤੇ ਫਿਰ ਉਹਦੇ ਲਈ ਉਹ ਪਾਪ ਬਣ ਜਾਂਦਾ ਹੈ। ਪਾਪ ਕਰੇ ਪੰਚਾਂ ਕੇ ਵਸਰੇ, ਇਹਨਾਂ ਪੰਜਾਂ ਦੇ ਵਸ ਹੋ ਕੇ ਮਨੁੱਖ ਪਾਪ ਕਰਦਾ ਹੈ। ਪਹਿਲਾ ਕਾਮ ਹੈ, ਇਸ ਨੂੰ ਏਕਾ ਨਾਰੀ ਜਤੀ ਹੋ ਕੇ ਇਸ ਉੱਤੇ ਕਾਬੂ ਰੱਖਣਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਸਿੱਖਿਆ ਨੂੰ ਹਮੇਸ਼ਾ ਲਈ ਹਰ ਗੁਰਸਿੱਖ ਮਾਈ ਭਾਈ ਨੇ ਯਾਦ ਰੱਖਣਾ। ਅਤੇ ਦੂਸਰੇ ਨੰਬਰ ਤੇ ਕ੍ਰੋਧ ਆ ਜਾਂਦਾ ਹੈ। ਇਹ ਜਿਹੜਾ ਕ੍ਰੋਧ ਹੈ, ਇਹ ਸਾਨੂੰ ਜਦੋਂ ਮਰਜ਼ਾਦਾ ਵਿੱਚ ਆਵੇ, ਕਿਸੇ ਅਸੂਲ ਦੇ ਪਿੱਛੇ ਆਵੇ, ਉਸ ਵੇਲੇ ਇਹ ਸਾਡਾ ਸਹਾਇਕ ਹੈ, ਸਾਡਾ ਮਿੱਤਰ ਹੈ। ਹੁਣ ਕਿਸੇ ਅਬਲਾ ਦੀ ਇੱਜ਼ਤ ਨੂੰ ਕੋਈ ਲੁੱਟ ਰਿਹਾ ਹੈ, ਕੋਈ ਕਿਸੇ ਨੂੰ ਨਜਾਇਜ਼ ਤੰਗ ਕਰ ਰਿਹਾ ਹੈ, ਕੋਈ ਧਰਮ ਜਾਂ ਧਰਮ ਅਸਥਾਨ ਤੇ ਅਟੈਕ ਕਰ ਰਿਹਾ ਹੈ, ਉਹਦੀ ਮਰਜ਼ਾਦਾ ਪਵਿੱਤਰਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਵੇਲੇ ਇਹ ਕ੍ਰੋਧ ਦੀ ਵਰਤੋਂ ਜਾਇਜ਼ ਹੁੰਦੀ ਹੈ। ਪਰ ਜਦੋਂ ਗੱਲ ਤੇ ਅਸੀਂ ਗੁੱਸਾ ਕਰਦੇ ਹਾਂ ਤੇ ਫਿਰ ਉਸ ਵੇਲੇ ਇਹ ਮਰਜ਼ਾਦਾ ਤੋਂ ਗੱਲ ਉਲਟ ਹੋ ਜਾਂਦੀ ਹੈ। ਕ੍ਰੋਧ ਨੂੰ ਗੁਰੂ ਮਹਾਰਾਜ ਕਹਿੰਦੇ ਸੋਧ ਕੇ ਵਰਤ ਲੈਣਾ ਚਾਹੀਦਾ। ਭਾਵੇਂ ਕ੍ਰੋਧ ਦੀ ਅੱਗ ਬੜੀ ਭਿਆਨਕ ਹੁੰਦੀ ਹੈ,
ਪਰ ਉਸ ਅੱਗ ਨੂੰ ਸੰਜਮ ਦੇ ਨਾਲ ਵਰਤਣਾ, ਕਿਸੇ ਮਰਜ਼ਾਦਾ ਢੰਗ ਤਰੀਕੇ ਨਾਲ ਵਰਤਣਾ ਜਾਇਜ਼ ਹੁੰਦਾ ਹੈ। ਧਰਮ ਯੁੱਧ ਦੇ ਵਿੱਚ ਵੀਰ ਰਸ ਤੋਂ ਬਿਨਾਂ, ਕ੍ਰੋਧ ਤੋਂ ਬਿਨਾਂ ਲੜਿਆ ਹੀ ਨਹੀਂ ਜਾ ਸਕਦਾ। ਇਹਦੀ ਸਹੀ ਵਰਤੋਂ ਹੈ ਵੀ ਤੁਸੀਂ ਜਦੋਂ ਬਾਹਰ ਦੁਸ਼ਮਣ ਹੋਣ, ਧਰਮ ਦੇ ਦੋਖੀ, ਗੁਰੂ ਦੇ ਨਿੰਦਕ, ਤੁਸੀਂ ਉਹਨਾਂ ਦੇ ਨਾਲ ਬਾਹਰੋਂ ਮੁਕਾਬਲਾ ਕਰਨਾ ਹੈ। ਨਹੀਂ ਤੇ ਸਾਡੇ ਜਿਹੜੇ ਅੰਦਰੇ ਦੁਸ਼ਮਣ ਨੇ ਉਹਨਾਂ ਤੇ ਕਾਬੂ ਪਾਉਣ ਦੇ ਲਈ ਵੀ ਅਸੀਂ ਕ੍ਰੋਧ ਦੀ ਜਾਇਜ਼ ਵਰਤੋਂ ਕਰ ਸਕਦੇ ਹਾਂ। ਇਹਦਾ ਸਹੀ ਇਸਤੇਮਾਲ ਹੈ। ਉਹੀ ਕ੍ਰੋਧ ਜਦੋਂ ਆਪਣੀਆਂ ਬੁਰਾਈਆਂ ਤੇ ਕਾਬੂ ਪਾਉਣ ਦੇ ਲਈ ਅਸੀਂ ਵਰਤਦੇ ਹਾਂ, ਸਾਡਾ ਮਿੱਤਰ ਹੈ, ਸਾਡਾ ਸਹਾਇਕ ਹੈ। ਉਹੀ ਕ੍ਰੋਧ ਜਦੋਂ ਅਸੀਂ ਕਿਸੇ ਗਰੀਬ ਤੇ, ਕਿਸੇ ਮਜ਼ਲੂਮ ਤੇ, ਕਿਸੇ ਦੀ ਅਬਲਾ ਤੇ ਅਟੈਕ ਕਰਦੇ ਹਾਂ, ਉਹ ਸਾਡੇ ਲਈ ਪਾਪ ਹੈ। ਇਸ ਲਈ ਇਹਦੀ ਠੀਕ ਵਰਤੋਂ ਕਰਨੀ ਸਾਡੇ ਲਈ ਸਤਿਗੁਰੂ ਦਾ ਹੁਕਮ ਹੈ। ਤੀਜੇ ਨੰਬਰ ਤੇ ਲੋਭ ਹੈ। ਜਦੋਂ ਅਸੀਂ ਮਰਜ਼ਾਦਾ ਵਿੱਚ ਲੋਭ ਦੀ ਵਰਤੋਂ ਕਰਦੇ ਹਾਂ, ਇਹ ਸਾਡਾ ਮਿੱਤਰ ਹੈ। ਕਿਉਂਕਿ ਜਦੋਂ ਆਦਮੀ ਕਿਸੇ ਵੀ ਕਾਰ ਵਿਹਾਰ ਦੇ ਵਿੱਚ ਲੱਗਦਾ ਹੈ, ਉਹਦਾ ਇੱਕ ਨਿਸ਼ਾਨਾ ਹੈ ਕਿ ਇਸ ਦੁਆਰਾ ਮੈਨੂੰ ਆਰਥਿਕ ਲਾਭ ਮਿਲੇਗਾ। ਆਦਮੀ ਪਹਿਲਾਂ ਥੋੜਾ ਕੰਮ ਕਰਦਾ, ਫਿਰ ਬਹੁਤਾ ਕਰਦਾ। ਹੁਣ ਆਪਣੇ ਹੱਕ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਅਤੇ ਆਪਣਾ ਹੱਕ ਹਲਾਲ ਦੀ ਕਮਾਈ ਨੂੰ ਲੈਣ ਦਾ ਤਰੱਦਦ ਕਰਨਾ, ਇਹ ਜਾਇਜ਼ ਹੈ, ਇਹ ਮਿੱਤਰ ਹੈ, ਇਹ ਧਰਮ ਹੈ। ਪਰ ਜਦੋਂ ਅਸੀਂ ਕਿਸੇ ਦਾ ਹੱਕ ਖੋਹਣ ਦੇ ਲਈ ਯਤਨ ਕਰਦੇ ਹਾਂ ਤੇ ਫਿਰ ਇਹ ਪਾਪ ਹੋ ਜਾਂਦਾ ਹੈ। ਇਸ ਲਈ ਇਹਦੀ ਸਹੀ ਵਰਤੋਂ ਕਿਵੇਂ ਕਰਨੀ ਹੈ, ਉਹ ਤਰੀਕਾ ਗੁਰੂ ਮਹਾਰਾਜ ਨੇ ਸਾਨੂੰ ਇਹ ਦੱਸਿਆ। ਹਾਂ, ਜੇ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਕਿ ਅਸੀਂ ਬਹੁਤੀ ਮਾਇਆ ਇਕੱਠੀ ਕਰ ਲਈਏ ਜਾਂ ਬਹੁਤੇ ਧਨਾੜ ਬਣ ਜਾਈਏ, ਤੇ ਉਨੀ ਵੱਧ ਮਿਹਨਤ ਕਰੋ। ਮਿਹਨਤ ਕਰਕੇ ਕੋਈ ਵੀ ਆਦਮੀ ਜਦੋਂ ਮਾਇਆ, ਧਨ ਦੌਲਤ ਇਕੱਠੀ ਕਰਦਾ ਹੈ, ਉਹ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਪਰ ਜਦੋਂ ਪਾਪਾਂ ਦਾ ਸਹਾਰਾ ਲੈ ਕੇ ਆਦਮੀ ਕਿਸੇ ਦਾ ਹੱਕ ਖੋਹਦਾ ਹੈ, ਕਿਸੇ ਨਾਲ ਠੱਗੀ ਮਾਰਦਾ ਹੈ, ਝੂਠ ਬੋਲਦਾ ਹੈ, ਘੱਟ ਤੋਲਦਾ ਹੈ, ਫਿਰ ਉਹ ਪਾਪ ਹੈ। ਇਸ ਲਈ ਇਹਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਗੁਰਸਿੱਖ ਨੂੰ ਸਮਝਾਏ ਹਨ। ਹੱਕ ਪਰਾਇਆ ਨਾਨਕਾ, ਉਹ ਸੂਅਰ ਉਸ ਗਾਏ, ਗੁਰ ਪੀਰ ਹਮ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਹਰ ਇਨਸਾਨ ਦੇ ਲਈ ਮਾੜਾ ਹੈ। ਹਿੰਦੂ ਦੇ ਲਈ ਗਊ ਮਾਸ ਦੇ ਬਰਾਬਰ ਹੈ, ਕਿਉਂਕਿ ਹਿੰਦੂ ਲੋਕ ਗਊ ਦੇ ਮਾਸ ਨੂੰ ਖਾਣਾ ਬਹੁਤ ਵੱਡਾ ਪਾਪ ਗਿਣਦੇ ਨੇ। ਮੁਸਲਮਾਨ ਦੇ ਲਈ ਉਹ ਸੂਰ ਦੇ ਬਰਾਬਰ ਹੈ। ਤੇ ਸਤਿਗੁਰੂ ਕਹਿੰਦੇ ਨੇ, ਭਾਈ ਜਿਵੇਂ ਹਿੰਦੂ ਗਊ ਦੇ ਮਾਸ ਤੋਂ ਤੇ ਮੁਸਲਮਾਨ ਸੂਰ ਦੇ ਮਾਸ ਤੋਂ ਪਰਹੇਜ਼ ਕਰਦੇ ਨੇ, ਇਸੇ ਤਰ੍ਹਾਂ ਹਰ ਮਨੁੱਖ ਨੂੰ ਪਰਾਏ ਹੱਕ ਤੋਂ ਪਰਹੇਜ਼ ਕਰਨਾ ਚਾਹੀਦਾ। ਤੇ ਇਹਦੇ ਨਾਲ ਹੀ ਉਹਦਾ ਵੀ ਭਲਾ ਹੈ ਤੇ ਦੂਸਰਿਆਂ ਦਾ ਵੀ ਭਲਾ ਹੈ। ਇਹਦੀ ਠੀਕ ਵਰਤੋਂ ਕਰਨੀ ਤੇ ਆਪ ਮਿਹਨਤ ਕਰਕੇ ਹੱਕ ਹਲਾਲ ਦੀ ਕਮਾਈ ਨੂੰ ਇਕੱਤਰ ਕਰਨਾ ਤੇ ਫਿਰ ਉਹਨੂੰ ਵਰਤਣਾ, ਇਹ ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ ਹੈ। ਚੌਥੇ ਨੰਬਰ ਤੇ ਮੋਹ ਦੀ ਗੱਲ ਹੈ। ਜਿੱਥੇ ਮੋਹ ਹੈ, ਇੱਕ ਮੋਹ ਦਾ ਦਾਇਰਾ ਬਹੁਤ ਛੋਟਾ ਹੈ। ਅਸੀਂ ਕੇਵਲ ਆਪਣੇ ਪਰਿਵਾਰ ਨਾਲ ਜਾਂ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਲ ਜਾਂ ਕੁਝ ਮਿੱਤਰਾਂ ਦੋਸਤਾਂ ਦੇ ਨਾਲ ਹੀ ਅਸੀਂ ਮੋਹ ਕਰਦੇ ਹਾਂ। ਪਰ ਨਹੀਂ, ਸਤਿਗੁਰੂ ਕਹਿੰਦੇ ਨੇ, ਜਿੱਥੇ ਤੁਸੀਂ ਪਰਿਵਾਰ ਨਾਲ ਮੋਹ ਕਰਦੇ ਹੋ, ਰਿਸ਼ਤੇਦਾਰਾਂ ਦੇ ਨਾਲ, ਮਿੱਤਰਾਂ ਦੋਸਤਾਂ ਦੇ ਨਾਲ ਮੋਹ ਕਰਦੇ ਹੋ, ਤੇ ਤੁਹਾਨੂੰ ਗੁਰੂ ਦੇ ਨਾਲ ਵੀ ਮੋਹ ਕਰਨਾ ਚਾਹੀਦਾ ਹੈ। ਅਕਾਲ ਪੁਰਖ ਦੇ ਨਾਲ ਵੀ ਮੋਹ ਕਰਨਾ ਚਾਹੀਦਾ ਹੈ। ਅਕਾਲ ਪੁਰਖ ਦੇ ਪਿਆਰੇ ਮਹਾਂਪੁਰਖਾਂ ਦੇ ਨਾਲ ਵੀ ਮੋਹ ਕਰਨਾ ਚਾਹੀਦਾ ਹੈ। ਸਾਧ ਸੰਗਤ ਦੇ ਨਾਲ ਵੀ ਤੁਹਾਨੂੰ ਮੋਹ ਕਰਨਾ ਚਾਹੀਦਾ ਹੈ। ਇਕੱਲੇ ਪਰਿਵਾਰ ਤੱਕ ਹੀ ਨਹੀਂ, ਤੇ ਸਾਰੇ ਸੰਸਾਰ ਨੂੰ ਹੀ ਪਰਮੇਸ਼ਰ ਦਾ ਪਰਿਵਾਰ ਸਮਝ ਕੇ ਸਭ ਦੇ ਨਾਲ ਹੀ ਪਿਆਰ ਕਰਨਾ ਚਾਹੀਦਾ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ,
ਐਸਾ ਇਹ ਸਿਧਾਂਤ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। ਮੋਹ ਦੀ ਠੀਕ ਵਰਤੋਂ ਇਹ ਹੈ ਕਿ ਅਸੀਂ ਆਪਣੇ ਸਮਾਜਿਕ ਤੇ ਪਰਿਵਾਰਕ ਫਰਜ਼ਾਂ ਦੀ ਪੂਰਤੀ ਤਾਂ ਕਰਨੀ ਹੀ ਹੈ। ਇਸੇ ਲਈ ਵਾਹਿਗੁਰੂ ਨੇ ਮੋਹ ਪੈਦਾ ਕੀਤਾ ਹੈ। ਯਾਦ ਰੱਖੋ, ਜੇ ਮੋਹ ਨਾ ਹੋਵੇ ਤੇ ਅਸੀਂ ਆਪਣੇ ਬੱਚਿਆਂ ਦੀ ਵੀ ਪਰਵਰਿਸ਼ ਨਹੀਂ ਕਰ ਸਕਦੇ। ਇਹ ਮੋਹ ਜ਼ਰੂਰੀ ਵੀ ਹੈ। ਪਰ ਸਤਿਗੁਰੂ ਕਹਿੰਦੇ ਨੇ ਮੋਹ ਵਿੱਚ ਇੰਨਾ ਵੀ ਖਚਤ ਨਹੀਂ ਹੋ ਜਾਣਾ ਚਾਹੀਦਾ ਮਨੁੱਖ ਨੂੰ, ਉਹ ਮੋਹ ਫਿਰ ਆਉਂਦੇ ਸਮੇਂ ਵਿਛੋੜੇ ਦਾ ਕਾਰਨ ਤੇ ਦੁੱਖ ਦਾ ਕਾਰਨ ਬਣ ਜਾਵੇ। ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਇਹ ਤੇ ਹਰ ਇਨਸਾਨ ਦਾ ਫਰਜ਼ ਹੈ, ਪਰ ਆਪਣੇ ਪੂਰਤੀ ਤੋਂ ਬਾਅਦ, ਫਰਜ਼ਾਂ ਦੀ ਪੂਰਤੀ ਤੋਂ ਬਾਅਦ ਐਵੇਂ ਮੋਹ ਦੇ ਵਿੱਚ ਫਸੇ ਰਹਿਣਾ ਇਹ ਸਾਡੇ ਲਈ ਹਾਨੀਕਾਰਕ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਸਤਿਗੁਰੂ ਕਹਿੰਦੇ ਨੇ ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੁਹੇਲਾ। ਬਿਨਾਂ ਅਕਾਲ ਪੁਰਖ ਤੋਂ ਅਸੀਂ ਕਿਸੇ ਵੀ ਹੋਰ ਵਸਤੂ ਜਾਂ ਵਿਅਕਤੀ ਨਾਲ ਮੋਹ ਪਾ ਕੇ ਵੇਖ ਲਈਏ, ਵਿਛੋੜੇ ਸਮੇਂ ਦੁੱਖ ਦਾ ਹੀ ਕਾਰਨ ਬਣਦਾ ਹੈ। ਇਸੇ ਲਈ ਸਾਨੂੰ ਉਸ ਅਕਾਲ ਪੁਰਖ ਦੇ ਨਾਲ ਹੀ ਮੋਹ ਕਰਨਾ ਚਾਹੀਦਾ ਹੈ। ਅਵ ਮਨ ਏਕਸ ਸਿਉ ਮੋਹ ਕੀਨਾ। ਹਜ਼ੂਰ ਕਹਿੰਦੇ ਹੁਣ ਤੇ ਅਸੀਂ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਦੇ ਨਾਲ ਹੀ ਮੋਹ ਕੀਤਾ। ਇਹ ਮੋਹ ਦੀ ਠੀਕ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਕਿਧਰੇ ਕੋਈ ਸੇਵਾ ਦਾ ਮਸਲਾ ਹੋਵੇ, ਪੰਥ ਦਾ ਮਸਲਾ ਹੋਵੇ, ਕੋਈ ਕੌਮੀ ਪੱਧਰ ਦਾ ਮਸਲਾ ਹੋਵੇ, ਉਸ ਵੇਲੇ ਪਰਿਵਾਰ ਦਾ ਮੋਹ ਛੱਡਣਾ ਹੀ ਬਣਦਾ ਹੈ। ਜਿੱਥੇ ਪੰਥ ਦਾ ਪ੍ਰੇਮ ਹੈ, ਕੌਮ ਦਾ ਹਿੱਤ ਹੈ, ਜਿਸ ਦੇ ਵਿੱਚ ਹੋਰ ਲੋਕਾਂ ਦਾ ਭਲਾ ਹੈ, ਉੱਥੇ ਆਪਣੇ ਪਰਿਵਾਰਕ ਹਿੱਤਾਂ ਨੂੰ ਛੱਡਣ ਦੇ ਵਿੱਚ ਹੀ ਭਲਾ ਹੁੰਦਾ ਹੈ। ਇਹਦੀ ਠੀਕ ਵਰਤੋਂ ਕਰਨੀ ਚਾਹੀਦੀ ਹੈ। ਜੇ ਕੇਵਲ ਆਪਣੇ ਪਰਿਵਾਰ ਦੇ ਲਈ ਮੋਹ ਕੀਤਾ ਜਾਵੇ ਤੇ ਫਿਰ ਉਸ ਮੋਹ ਦੇ ਵਸ਼ ਅਸੀਂ ਹੋਰ ਵੀ ਕਈ ਤਰ੍ਹਾਂ ਦੇ ਘਿਨਾਉਣੇ ਕਾਰਨਾਮੇ ਕਰਦੇ ਹਾਂ, ਇਹ ਪਾਪ ਹੈ। ਪਰ ਜੇ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਤੱਕ ਇਹਦੀ ਵਰਤੋਂ ਕਰਦੇ ਹਾਂ ਤੇ ਭਾਈ ਫਿਰ ਇਹ ਮਿੱਤਰ ਵੀ ਹੈ, ਸਾਡਾ ਸਹਾਇਕ ਵੀ ਹੈ। 5ਵੇਂ ਨੰਬਰ ਤੇ ਆ ਗਿਆ ਹੰਕਾਰ। ਜਿਹੜਾ ਹੰਕਾਰ ਹੈ, ਜੇ ਤੇ ਇਸ ਨੂੰ ਸਹੀ ਰੂਪ ਦੇ ਵਿੱਚ ਵਰਤਿਆ ਜਾਵੇ, ਇਹ ਵੀ ਸਾਡਾ ਮਿੱਤਰ ਤੇ ਸਾਡਾ ਸਹਾਈ ਬਣ ਜਾਂਦਾ ਹੈ। ਤੇ ਜੇ ਅਸੀਂ ਇਸ ਦੀ ਗਲਤ ਵਰਤੋਂ ਕਰਦੇ ਹਾਂ, ਫਿਰ ਇਹ ਸਾਡੇ ਲਈ ਹਾਨੀਕਾਰਕ ਤੇ ਨੁਕਸਾਨਦੇਹ ਵੀ ਬਣ ਜਾਂਦਾ ਹੈ। ਜਿੱਥੇ ਸਵੈਮਾਨ ਦੀ ਗੱਲ ਹੈ, ਜਿੱਥੇ ਆਤਮ ਵਿਸ਼ਵਾਸ ਦੀ ਗੱਲ ਹੈ, ਜਿੱਥੇ ਆਪਣੇ ਪੈਰਾਂ ਤੇ ਖਲੋਣ ਦੀ ਗੱਲ ਹੈ, ਉੱਥੇ ਤਾਂ ਬੰਦੇ ਦੇ ਮਨ ਦੇ ਵਿੱਚ ਇਹ ਹੰਕਾਰ ਦੀ ਭਾਵਨਾ ਅੱਛੀ ਹੈ। ਪਰ ਜਿੱਥੇ ਪਾਪ ਦੀ ਭਾਵਨਾ ਹੈ, ਬੁਰਾ ਕਰਨ ਦੀ ਨੀਅਤ ਹੈ, ਜੇ ਅਸੀਂ ਉੱਥੇ ਹੰਕਾਰ ਕਰਦੇ ਹਾਂ, ਉਹ ਸਾਡੇ ਲਈ ਮਾੜਾ ਹੈ। ਗੈਰਤ, ਅਣਖ, ਸਵੈਮਾਨ ਇਹ ਹੰਕਾਰ ਦਾ ਸੁਧਰਿਆ ਹੋਇਆ ਰੂਪ ਹੈ। ਇਹਦੀ ਥਾਂ ਤੇ ਕਿਸੇ ਨੂੰ ਨਫ਼ਰਤ ਕਰਨੀ, ਕਿਸੇ ਦੀ ਬੇਇੱਜ਼ਤੀ ਕਰਨੀ, ਆਪ ਵੱਡੇ ਹੋ ਕੇ ਦੂਸਰਿਆਂ ਨੂੰ ਨੀਵੇਂ ਸਮਝਣਾ, ਔਰ ਇਹ ਹੰਕਾਰ ਦਾ ਵਿਗੜਿਆ ਰੂਪ ਹੈ। ਅਸੀਂ ਇਹਨਾਂ ਦੀ ਸਹੀ ਵਰਤੋਂ ਕਰਨੀ ਘੱਟ ਜਾਣਦੇ ਹਾਂ, ਪਰ ਇਹਦੀ ਗਲਤ ਵਰਤੋਂ ਹਰ ਕੋਈ ਇਨਸਾਨ ਕਰੀ ਜਾ ਰਿਹਾ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਪਾਣੀ ਦਾ ਸੁਭਾਵ ਹੈ, ਨੀਵੇਂ ਪਾਸੇ ਵੱਲ ਨੂੰ ਆਪਣੇ ਆਪ ਹੀ ਰੁੜਿਆ ਜਾਂਦਾ ਹੈ। ਜੇ ਪਾਣੀ ਨੂੰ ਕਿਸੇ ਉੱਚੇ ਪਾਸੇ ਲਿਜਾਣਾ ਹੋਵੇ, ਕਿਸੇ ਟਿੱਬੇ ਤੇ ਚੜਾਉਣਾ ਹੋਵੇ, ਫਿਰ ਉਹਦੇ ਲਈ ਕੋਈ ਨਾ ਕੋਈ ਜੁਗਤ ਵਰਤਣੀ ਪੈਂਦੀ ਹੈ, ਕੋਈ ਨਾ ਕੋਈ ਢੰਗ ਤਰੀਕਾ ਵਰਤਣਾ ਪੈਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਇਹਨਾਂ ਵਿਕਾਰਾਂ ਦੀ ਵਰਤੋਂ ਠੀਕ ਢੰਗ ਦੇ ਨਾਲ ਕੀਤੀ ਜਾਵੇ ਤਾਂ ਸਾਡੇ ਜੀਵਨ ਦੇ ਲਈ ਸਹਾਈ ਹੁੰਦੀ ਹੈ। ਔਰ ਇਹਨਾਂ ਦੀ ਗਲਤ ਵਰਤੋਂ, ਜਦੋਂ ਅਸੀਂ ਮਰਜ਼ਾਦਾ ਤੋਂ ਬਾਹਰ ਹੋ ਕੇ ਇਹਨਾਂ ਦੀ ਵਰਤੋਂ ਕਰਦੇ ਹਾਂ, ਫਿਰ ਇਹ ਸਾਡੇ ਲਈ ਹਾਨੀਕਾਰਕ ਹੁੰਦੇ ਨੇ।
ਅਸਲੀ ਪਾਪਾਂ ਦੀ ਜੜ ਵੀ ਇਹ ਵਿਕਾਰ ਨੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਆਖੇ ਹਨ, ਪਾਪ ਕਰਹਿ ਪੰਚਾਂ ਕੇ ਵਸਰੇ। ਗੱਲ ਤੀਰਥਾਂ ਦੀ ਚੱਲ ਰਹੀ ਹੈ। ਲੋਕ ਇਹਨਾਂ 5 ਵਿਕਾਰਾਂ ਦੇ ਵਸੀਕਾਰ ਹੋ ਕੇ ਪਾਪ ਕਰਦੇ ਨੇ। ਤੀਰਥ ਨਹਾਏ ਕਹਿ ਸਭ ਉਤਰੇ, ਫਿਰ ਜਾ ਕੇ ਤੀਰਥਾਂ ਤੇ ਨਹਾਉਂਦੇ ਨੇ। ਕਹਿੰਦੇ ਹੁਣ ਤੀਰਥਾਂ ਤੇ ਨਹਾ ਕੇ ਅਸੀਂ ਆਪਣੇ ਪਾਪਾਂ ਨੂੰ ਲਾਹ ਛੱਡਿਆ ਹੈ। ਬਹੁਤੇ ਲੋਕ ਤੀਰਥਾਂ ਤੇ ਇਸੇ ਖਿਆਲ ਨਾਲ ਹੀ ਜਾਂਦੇ ਨੇ ਵੀ ਅਸੀਂ ਆਪਣੇ ਪਾਪ ਲਾਹ ਆਈਏ। ਹਜ਼ੂਰ ਕਹਿੰਦੇ ਨੇ, ਪਾਪ ਕਰੈ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ। ਅਗਲੀ ਪੰਕਤੀ ਧਿਆਨ ਨਾਲ ਪੜ੍ਹਨੀ ਯੋਗ ਹੈ। ਬਹੁਰ ਕਮਾਵੇ ਹੋਏ ਨਸੰਕ, ਜੰਪੁਰ ਬਾਂਧ ਖਰੇ ਕਾ ਲੰਕ। ਇੱਕ ਵਾਰੀ ਤੀਰਥਾਂ ਤੇ ਨਹਾ ਕੇ ਸਾਡਾ ਇਹ ਵਹਿਮ ਪਰਪੱਕ ਹੋ ਜਾਂਦਾ ਹੈ ਵੀ ਅਸੀਂ ਆਪਣੇ ਪਾਪ ਲਾ ਲੈਨੇ। ਉਸ ਤੋਂ ਬਾਅਦ ਫਿਰ ਅਸੀਂ ਉਹੀ ਭੈੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ। ਝੂਠ ਬੋਲਣਾ, ਬੇਈਮਾਨੀ ਕਰਨੀ, ਚੋਰੀ ਕਰਨੀ, ਯਾਰੀ ਕਰਨੀ, ਹੰਕਾਰ ਕਰਨਾ, ਵਿਭਚਾਰ ਕਰਨਾ, ਅਸੀਂ ਫਿਰ ਉਹੀ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ। ਪਰ ਸਤਿਗੁਰੂ ਕਹਿੰਦੇ ਨੇ, ਜਿਹੜਾ ਮਨੁੱਖ ਤੀਰਥਾਂ ਦੀ ਇਸ ਲਈ ਵਰਤੋਂ ਕਰਦਾ ਹੈ ਬਈ ਮੈਂ ਉੱਥੇ ਇੱਕ ਵਾਰੀ ਕੀਤੇ ਪਾਪ ਲਾ ਲਏ ਤੇ ਹੁਣ ਮੈਂ ਹੋਰ ਅੱਗੇ ਲਈ ਹੋਰ ਕਰਨੇ ਹਨ, ਉਹਨੂੰ ਕਦੀ ਵੀ ਤੀਰਥ ਵੀ ਪਵਿੱਤਰ ਨਹੀਂ ਕਰ ਸਕਦੇ। ਜਲ ਕੈ ਮੱਜਨ ਜੇ ਗਤ ਹੋਵੇ ਹੈ, ਨਿਤ ਨਿਤ ਮੇਂਢਕ ਨਹਾਵੇ ਹੈ। ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਭਗਤ ਕਬੀਰ ਜੀ ਨੇ ਇਹ ਵੀ ਲਿਖਿਆ ਹੈ, ਮਨੋਹ ਕਠੋਰ ਮਰੈ ਬਾ ਨਾਰਸ, ਨਰਕ ਨਾ ਬੰਚਿਆ ਜਾਈ। ਹਰ ਕਾ ਸੰਤ ਮਰੈ ਹਾੜੰਬੈ, ਤਾਂ ਸਗਲੀ ਸੈਨ ਤਰਾਈ। ਜੇ ਕੋਈ ਮਨ ਦਾ ਕਠੋਰ ਆਦਮੀ, ਪੱਥਰ ਦਿਲ ਆਦਮੀ, ਕੋਈ ਚੋਰ ਡਾਕੂ ਬਨਾਰਸ ਦੇ ਵਿੱਚ ਵੀ ਮਰ ਜਾਂਦਾ ਹੈ, ਉਹਦੀ ਕਲਿਆਣ ਨਹੀਂ ਹੋ ਸਕਦੀ। ਉਹ ਨਰਕ ਵਿੱਚ ਪੈਣ ਤੋਂ ਨਹੀਂ ਬਚ ਸਕਦਾ। ਤੀਰਥਾਂ ਤੇ ਜਾ ਕੇ ਮਰਨ ਦੇ ਨਾਲ ਵੀ ਉਹ ਨਰਕਾਂ ਤੋਂ ਨਹੀਂ ਬਚ ਸਕਦਾ। ਇਸੇ ਲਈ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਹੈ, ਚਾਹੇ ਉਹ ਹੜੰਬਾ ਧਰਤੀ ਤੇ ਵੀ ਮਰ ਜਾਵੇ, ਸਰਾਫੀ ਧਰਤੀ ਤੇ ਵੀ ਮਰ ਜਾਵੇ, ਪਰ ਉਹਦੀ ਉੱਥੇ ਵੀ ਕਲਿਆਣ ਹੋ ਜਾਂਦੀ। ਇੱਥੋਂ ਇਹ ਗੱਲ ਸਪਸ਼ਟ ਹੋ ਗਈ ਵੀ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਤੀਰਥ ਹੈ। ਤੇ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ ਉਹ ਵੀ ਤੀਰਥਾਂ ਤੋਂ ਘੱਟ ਨਹੀਂ। ਜਿੱਥੇ ਕੋਈ ਪਰਮੇਸ਼ਰ ਦਾ ਪਿਆਰਾ ਆਪਣੇ ਮੁਬਾਰਕ ਚਰਨ ਰੱਖ ਦਿੰਦਾ ਹੈ ਤੇ ਲੋਕ ਉਸੇ ਅਸਥਾਨ ਨੂੰ ਤੀਰਥ ਮੰਨਣ ਲੱਗ ਜਾਂਦੇ ਨੇ ਔਰ ਉੱਥੇ ਸ਼ਰਧਾ ਭਾਵਨਾ ਦੇ ਨਾਲ ਜਾ ਕੇ ਨਮਸਤਕ ਹੁੰਦੇ ਨੇ, ਸਿਜਦਾ ਕਰਦੇ ਨੇ, ਮੱਥਾ ਟੇਕਦੇ ਨੇ ਔਰ ਇਹ ਮਹਾਂਪੁਰਖਾਂ ਦੀ ਮਹਿਮਾ ਹੈ। ਇਸੇ ਲਈ ਭਗਤ ਕਬੀਰ ਜੀ ਨੇ ਇਹ ਗੱਲ ਕਹੀ ਸੀ ਵੀ ਮੈਂ ਇਸ ਗੱਲ ਤੇ ਹੈਰਾਨ ਹਾਂ ਵੀ ਦੁਨੀਆ ਦੇ ਲੋਕਾਂ ਨੂੰ ਹਾਲੇ ਇਸ ਗੱਲ ਦਾ ਵੀ ਪਤਾ ਨਹੀਂ ਲੱਗਿਆ ਵੀ ਤੀਰਥ ਵੱਡਾ ਹੁੰਦਾ ਹੈ ਕਿ ਵਾਹਿਗੁਰੂ ਦਾ ਦਾਸ ਵੱਡਾ ਹੁੰਦਾ ਹੈ। ਤੀਰਥ ਬਣਦੇ ਹੀ ਵਾਹਿਗੁਰੂ ਦੇ ਪਿਆਰਿਆਂ ਦੀ ਕਮਾਈ ਤੇ ਬਖਸ਼ਿਸ਼ ਦਾ ਸਦਕਾ ਨੇ। ਇਸ ਲਈ ਉਹਨਾਂ ਨਾਲੋਂ ਤੀਰਥ ਵੱਡੇ ਨਹੀਂ। ਸਭ ਤੋਂ ਵੱਡੇ ਤੀਰਥ ਭਾਈ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ। ਉਹਨਾਂ ਦੀ ਸੰਗਤ ਵਿੱਚ ਸਾਨੂੰ ਜਾ ਕੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। 12ਵਾਂ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿੰਨਾ ਸੁੰਦਰ ਉਪਦੇਸ਼ ਦਿੱਤਾ ਹੈ। ਮਾਗ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਣ, ਸਭਨਾ ਨੂੰ ਕਰ ਦਾਨ।